ਦੇ ਮੂਹਰੇ ਹੁਣ ਸਰਕਾਰ ਨੂੰ ਡਰ ਲੱਗਣ ਲੱਗ ਗਿਆ। ਵੱਡੀਆਂ ਵੱਡੀਆਂ ਰੋਕਾਂ ਲਾਉਣ ਲੱਗ ਗਏ ਹਾਈਵੇ ਤੇ। ਜਦੋਂ ਹਾਈਵੇ ਤੇ ਰੋਕਾਂ ਲਾਵੇ ਸਰਕਾਰ, ਇਹਦਾ ਮਤਲਬ ਕੀ ਹੈ ਵੀ ਸਰਕਾਰ ਫੇਲ। ਇੱਕ ਫੋਨ ਕਾਲ ਦੀ ਦੂਰੀ ਤੇ ਪ੍ਰਧਾਨ ਮੰਤਰੀ ਬੈਠਾ, ਉਹਨੂੰ ਇਹ ਪਤਾ ਨਹੀਂ ਲੱਗਿਆ ਵੀ ਬਾਹਰ ਤੋਂ ਵੱਡੀ 10 ਫੁੱਟ ਦੀਆਂ ਰੋਕਾਂ ਆਰਸੀਸੀ ਦੀਆਂ ਲੱਗਣ ਲੱਗ ਗਈਆਂ। ਜਿਹੜੀ ਸਰਕਾਰ ਨੈਸ਼ਨਲ ਹਾਈਵੇ ਤੇ 10 ਫੁੱਟ ਦੀ ਰੋਕ ਲਾਉਣ ਲੱਗ ਜੇ, 10 ਫੁੱਟ ਦਾ ਟੋਆ ਪੱਟਣ ਲੱਗ ਜੇ, ਤੁਸੀਂ ਕੀ ਸਮਝਦੇ ਹੋ ਸਰਕਾਰ ਆ ਉਹ? ਕਿਹਾ ਜਾ ਰਿਹਾ ਕਿ ਰਿਊਮਰ ਇਹ ਫੈਲਾਇਆ ਜਾ ਰਿਹਾ ਕਿ ਤਿਰੰਗੇ ਦਾ ਅਪਮਾਨ ਹੈ, ਲੇਕਿਨ ਜੋ ਲਗਾਤਾਰ ਹੀ ਕੋਸ਼ਿਸ਼ ਇਹੀ ਸੀਗੀ ਕਿ ਬਹੁਤ ਸਾਰੀਆਂ ਵੀਡੀਓ ਇਹੋ ਜਿਹੀਆਂ ਹੈਗੀਆਂ ਜਿਹਦੇ 'ਚ ਮੋਦੀ ਸਾਹਿਬ ਤਿਰੰਗੇ ਨਾਲ ਪਸੀਨਾ ਪੁੰਝੀ ਜਾਂਦੇ ਆ। ਇੱਕ ਪਾਸੇ ਮਾਮਲੇ ਦਰਜ ਕੀਤੇ ਜਾ ਰਹੇ, ਦੂਸਰੇ ਬੰਨੇ ਟੇਬਲ ਟਾਕ ਦੀ ਗੱਲ ਕੀਤੀ ਜਾ ਰਹੀ ਕਿ ਲੱਗਦਾ ਇੱਕ ਬੰਨੇ ਆਪਾਂ ਖਾਲਿਸਤਾਨੀ ਦੱਸਦੇ ਪਏ ਉਹਨਾਂ ਨੂੰ। ਸਮਝੇ ਨਹੀਂ, ਇਹ ਤਾਂ ਫਿਰ ਉਹਨਾਂ ਨੂੰ ਪੁੱਛੋ ਨਾ, ਤੁਸੀਂ ਖਾਲਿਸਤਾਨੀਆਂ ਨਾਲ ਗੱਲ ਕਰਨੀ ਹੈ, ਇਹ ਤਾਂ ਉਹਨਾਂ ਦਾ ਸਵਾਲ ਹੈ, ਮੈਂ ਥੋੜੀ ਦੱਸ ਸਕਦਾ ਵੀ ਇਹ ਇੱਕ ਛੜਯੰਤਰ ਸੀਗਾ। ਫੜਦੇ ਕਿਉਂ ਨਹੀਂ? FIR ਹੋ ਗਈ ਨਾ 26 ਜਨਵਰੀ ਵਾਲਿਆਂ ਤੇ, ਫੜਦੇ ਕਿਉਂ ਨਹੀਂ? ਮੈਂ ਤੁਹਾਨੂੰ ਪਹਿਲਾਂ ਦੱਸ ਘਟ ਕਿ ਉਹ BJP ਨਾਲ ਉਹਨਾਂ ਦਾ ਹੈਂਡ ਗਲਵ ਨੇ ਭੇਜੇ ਹੋਏ ਉਹਨਾਂ ਦੇ ਆ। ਸਾਡੇ ਤੇ ਭਾਵੇਂ FIR ਨਾਲ ਸਾਡੇ ਤੇ ਵੀ ਹੋਈਆਂ ਸੀ ਨਾ, ਤੁਹਾਨੂੰ ਪਤਾ ਹੈ, ਜਿੰਨੇ ਸ਼ਹਿਰਾਂ 'ਚੋਂ ਲੰਘੇ ਹਰ ਜਗ੍ਹਾ FIR। ਤੇ ਜੇ ਹੁਣ ਸਾਡੇ ਭਰਾਵਾਂ ਤੇ ਹੋ ਗਈਆਂ, ਮੈਂ ਉਹਨਾਂ ਨੂੰ ਕਹਿੰਦਾ ਵੀ ਸਾਡੇ ਤੇ ਤਾਂ ਇੱਕ ਸਾਈਕਲ ਮਾਰਚ 'ਚ 7 FIR ਹੋਈਆਂ, ਵੀ ਉੱਥੇ ਤਾਂ ਇੱਕ ਹੋਈ ਹੈ, ਕੋਈ ਚਿੰਤਾ ਵਾਲੀ ਗੱਲ ਨਹੀਂ। ਤਾਂ ਹੀ ਕਿਹਾ ਵੀ ਛੋਟੇ ਛੋਟੇ ਘਟਨਾਵਾਂ ਨੇ, ਇਹਨਾਂ ਨੂੰ ਬੜੀ ਅਹਿਮੀਅਤ ਦੇਣ ਦੀ ਲੋੜ ਨਹੀਂ, ਇਹ ਸਭ ਬਾਹਰ ਆ ਜਾਣੇ ਨਾਲ ਦੀ ਨਾਲ ਹੀ ਜਦੋਂ ਸਮਝੌਤਾ ਹੋ। 26 ਜਨਵਰੀ ਵਾਲੇ ਦਿਨ ਲਾਲ ਕਿਲੇ ਤੇ ਤਿਰੰਗੇ ਦੇ ਅਪਮਾਨ ਨੂੰ ਲੈ ਕੇ ਲਗਾਤਾਰ ਰਿਊਮਰਸ ਫੈਲਾਏ ਜਾ ਰਹੇ ਸੀਗੇ, ਜਿਸ ਤੋਂ ਬਾਅਦ ਕਈ ਕਿਸਾਨ ਜਥੇਬੰਦੀਆਂ ਤੇ ਕਈ ਕਿਸਾਨ ਜਿਹੜੇ ਸੀਗੇ ਆਪਣੇ ਘਰਾਂ ਵੱਲ ਨੂੰ ਪਰਤ ਗਏ ਸੀਗੇ। ਲੇਕਿਨ ਰਾਕੇਸ਼ ਟਿਕੈਤ ਦੇ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਤੋਂ ਬਾਅਦ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਦੁਬਾਰਾ ਜਿਹੜਾ ਆ ਮੋਰਚੇ ਤੇ ਪਹੁੰਚਣ। ਉਸੇ ਲੜੀ ਦੇ ਤਹਿਤ ਹੀ ਅੱਜ ਲੋਕ ਇਨਸਾਫ ਪਾਰਟੀ ਵੱਲੋਂ ਵੀ ਇੱਕ ਸਾਈਕਲ ਮਾਰਚ ਜਿਹੜਾ ਆ ਉਹ ਕੀਤਾ ਜਾ ਰਿਹਾ ਔਰ ਕਿਸਾਨਾਂ ਨੂੰ ਜਿਹੜਾ ਆ ਉਹ ਕਿਹਾ ਜਾ ਰਿਹਾ ਕਿ ਉਹ ਜਿਹੜਾ ਆ ਉਹ ਜ਼ਰੂਰ ਕਿਸਾਨੀ ਧਰਨੇ ਦੇ ਵਿੱਚ ਜ਼ਰੂਰ ਪਹੁੰਚਣ। ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਦੇ ਉੱਤੇ ਜਾ ਰਹੇ ਨੇ ਅਤੇ ਲਗਾਤਾਰ ਹੀ ਕੋਸ਼ਿਸ਼ ਵੀ ਇਹੀ ਹੈ ਕਿ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠ ਗਏ ਸੀਗੇ, ਕਿਸਾਨ ਜਿਹੜੇ ਸੀਗੇ ਘਰਾਂ ਵਿੱਚ ਬੈਠ ਗਏ ਸੀਗੇ, ਉਹ ਹੁਣ ਵਾਪਸ ਜਿਹੜਾ ਆ ਉਹ ਜ਼ਰੂਰ ਪਹੁੰਚਣ। ਲੇਕਿਨ ਲਗਾਤਾਰ ਹੀ ਕੋਸ਼ਿਸ਼ ਵੀ ਇਹੀ ਸੀਗਾ ਕਿ ਹੁਣ ਕਿਸਾਨਾਂ ਨੂੰ ਦੁਬਾਰਾ ਮੁੜ ਜੀਵਤ ਕਰਨ ਵਾਸਤੇ ਜਿਹੜਾ ਆ ਉਹ ਜਾਇਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਬਲਵਿੰਦਰ ਸਿੰਘ ਬੈਂਸ ਉਹਨਾਂ ਦੇ ਨਾਲ ਦੇ ਕਾਫਲਾ ਜਿਹੜਾ ਆ ਉਹ ਜ਼ਰੂਰ ਅੱਗੇ ਨੂੰ ਵੱਧ ਰਿਹਾ ਹੈ ਔਰ ਲਗਾਤਾਰ ਹੀ ਕੋਸ਼ਿਸ਼ ਵੀ ਇਹੀ ਹੈ ਕਿ ਜੋ ਲੋਕ ਵਾਪਸ ਪਹੁੰਚੇ ਸੀਗੇ ਉਹ ਹੁਣ ਦੁਬਾਰਾ ਜਿਹੜਾ ਆ ਉਹ ਦਿੱਲੀ ਮੋਰਚੇ ਤੇ ਜ਼ਰੂਰ ਪਹੁੰਚਣ, ਤਾਂ ਜੋ ਕਿ ਹੁਣ ਲਗਾਤਾਰ ਹੀ ਜੋ ਰਿਊਮਰ ਫੈਲਾਏ ਜਾ ਰਹੇ ਸੀਗੇ ਕਿ ਲਗਾਤਾਰ ਹੀ ਜੋ ਹੁਣ ਜੋ ਲਗਾਤਾਰ ਰਿਊਮਰ ਜਿਹੜੇ ਨੇ ਉਹ ਫੈਲਾਏ ਜਾ ਰਹੇ ਸੀਗੇ ਔਰ ਕੋਸ਼ਿਸ਼ ਵੀ ਇਹੀ ਸੀਗੀ ਕਿ ਜਿਹੜਾ ਅੰਦੋਲਨ ਆ ਉਹ ਖਤਮ ਹੋਣ ਦੇ ਕਗਾਰ ਦੇ ਵਿੱਚ ਜਿਹੜਾ ਆ ਉਹ ਆ ਚੁੱਕਾ ਆ। ਬਲਵਿੰਦਰ ਸਿੰਘ ਬੈਂਸ ਹੋਣੇ ਵੀ ਇੱਥੇ ਮੌਜੂਦ ਨੇ, ਗੱਲਬਾਤ ਕਰ ਲੈਣੇ। ਬੈਂਸ ਸਾਹਿਬ, ਲਗਾਤਾਰ ਹੀ ਕੋਸ਼ਿਸ਼ ਇਹੀ ਕੀਤੀ ਜਾ ਰਹੀ ਦੁਬਾਰਾ ਜਿਹੜਾ ਮੁੜ ਜੀਵਤ ਕੀਤਾ ਜਾਵੇ। ਇਸ ਧਰਨੇ ਨੂੰ ਕਿਸ ਤਰ੍ਹਾਂ ਵੇਖਦੇ ਹੋ? ਸਾਰੇ ਧਰਨਾ ਮੁੜ ਸੁਰਜੀਤ ਆ ਜੀ। ਧਰਨੇ ਦੇ ਮੂਹਰੇ ਹੁਣ ਸਰਕਾਰ ਨੂੰ ਡਰ ਲੱਗਣ ਲੱਗ ਗਿਆ। ਵੱਡੀਆਂ ਵੱਡੀਆਂ ਰੋਕਾਂ ਲਾਉਣ ਲੱਗ ਗਏ ਹਾਈਵੇ ਤੇ। ਜਦੋਂ ਹਾਈਵੇ ਤੇ ਰੋਕਾਂ ਲਾਵੇ ਸਰਕਾਰ, ਇਹਦਾ ਮਤਲਬ ਕੀ ਹੈ ਵੀ ਸਰਕਾਰ ਫੇਲ ਹੈ ਨਾ। ਇੱਕ ਫੋਨ ਕਾਲ ਦੀ ਦੂਰੀ ਤੇ ਪ੍ਰਧਾਨ ਮੰਤਰੀ ਬੈਠਾ, ਉਹਨੂੰ ਇਹ ਪਤਾ ਨਹੀਂ ਲੱਗਿਆ ਵੀ ਬਾਹਰ ਤੋਂ ਵੱਡੀ 10 ਫੁੱਟ ਦੀਆਂ ਰੋਕਾਂ ਆਰਸੀਸੀ ਦੀਆਂ ਲੱਗਣ ਲੱਗ ਗਈਆਂ। ਜਿਹੜੀ ਸਰਕਾਰ ਨੈਸ਼ਨਲ ਹਾਈਵੇ ਤੇ 10 ਫੁੱਟ ਦੀ ਰੋਕ ਲਾਉਣ ਲੱਗ ਜੇ, 10 ਫੁੱਟ ਦਾ ਟੋਆ ਪੱਟਣ ਲੱਗ ਜੇ, ਤੁਸੀਂ ਕੀ ਸਮਝਦੇ ਹੋ ਸਰਕਾਰ ਆ ਉਹ ਸਰਕਾਰ ਨਹੀਂ ਰਹਿ ਜਾਂਦੀ। ਲੇਕਿਨ ਉਹ ਕਿਹਾ ਜਾ ਰਿਹਾ ਕਿ ਰਿਊਮਰ ਇਹ ਫੈਲਾਇਆ ਜਾ ਰਿਹਾ ਕਿ ਤਿਰੰਗੇ ਦਾ ਅਪਮਾਨ ਹੈ, ਲੇਕਿਨ ਜੋ ਲਗਾਤਾਰ ਹੀ ਕੋਸ਼ਿਸ਼ ਇਹੀ ਸੀਗੀ ਕਿ ਬਹੁਤ ਸਾਰੀਆਂ ਵੀਡੀਓ ਇਹੋ ਜਿਹੀਆਂ ਹੈਗੀਆਂ ਜਿਹਦੇ 'ਚ ਮੋਦੀ ਸਾਹਿਬ ਤਿਰੰਗੇ ਨਾਲ ਪਸੀਨਾ ਪੁੰਝੀ ਜਾਂਦੇ ਆ। ਬਹੁਤ ਸਾਰੀਆਂ ਵੀਡੀਓ ਐਸੀਆਂ ਹੈਗੀਆਂ ਜਿੱਥੇ BJP ਵਾਲੇ ਤਿਰੰਗਾ ਦੀ ਜਗ੍ਹਾ 'ਤੇ ਆਪਣਾ ਝੰਡਾ ਲਾਈ ਜਾਂਦੇ ਆ। ਇਹ ਕੁਛ ਇੱਕ ਲੋਕ ਹੁੰਦੇ ਆ ਜਿਹੜੇ ਘੱਟ ਸਮਝਦਾਰ ਹੁੰਦੇ ਆ, ਹੈ ਨਾ। ਜੇ ਝੰਡਾ ਲੱਗ ਗਿਆ, ਤੁਸੀਂ FIR ਦੇਤੀ, ਫਿਰ ਉਦੋਂ ਬਾਅਦ ਕੀ ਰੌਲਾ ਹੈ ਬੋਲੋ? ਫਿਰ ਤਾਂ ਕਾਨੂੰਨ ਆਪਣਾ ਰਸਤਾ ਅਖਤਿਆਰ ਕਰੂਗਾ ਨਾ। ਫਿਰ ਤਾਂ ਪੱਥਰ ਮਾਰਨ ਵਾਲੀ ਗੱਲ ਤਾਂ ਨਹੀਂ ਨਾ ਰਹੇਗੀ। ਫੜਨਾ ਕਿਹਨੇ ਆ? ਜੇ ਤੁਹਾਡੇ ਤੇ ਮੁਕੱਦਮਾ ਫਰਜ਼ ਕਰੋ ਦੇਤਾ, ਤੇ ਫੜਨਾ ਤੁਹਾਨੂੰ ਲੋਕਾਂ ਨੇ ਕਿ ਪੁਲਿਸ ਨੇ? ਤੇ ਫਿਰ ਪੁਲਿਸ ਅਸੀਂ ਕਦੋਂ ਰੋਕਦੇ ਹਾਂ ਵੀ ਜੇ ਕਿਸੇ ਨੇ ਅਪਮਾਨ ਕੀਤਾ ਉਹਦੇ ਤੇ ਤੁਸੀਂ ਮੁਕੱਦਮਾ ਦੇ ਲਿਆ, ਉਹਨੂੰ ਅਰੈਸਟ ਕਰ ਲਓ। ਅਰੈਸਟ ਤੁਸੀਂ ਕਰਦੇ ਨਹੀਂ ਕਿਉਂਕਿ ਬੰਦੇ ਤੁਹਾਡੇ ਆ। ਇਹ ਸਾਰਾ ਕੁਝ ਛੜਯੰਤਰ ਹੈ ਇੱਕ ਛੋਟੇ ਵੀਰ। ਪਰ ਉੱਥੇ ਜਿਹੜਾ ਕੱਲ੍ਹ ਦਾ ਇਕੱਠ ਸੀ ਉਹ ਲਾ ਮਿਸਾਲ ਇਕੱਠ ਸੀਗਾ। ਉੱਥੇ ਜਿਹੜਾ ਕਹਿੰਦੇ ਆ ਨਾ ਵੀ ਧਰਨੇ ਦੀ ਰੰਗਤ ਫਿੱਕੀ ਪੈ ਗਈ, ਉਹ ਲੋਕ ਕਹਿ ਰਹੇ ਜਿਨ੍ਹਾਂ ਨੇ ਦੇਖਿਆ ਨਹੀਂ। ਮੈਂ ਰਾਤ ਉੱਥੋਂ ਆਇਆ,
ਬੇਸ਼ੁਮਾਰ ਇਕੱਠ ਆ ਹਰੇਕ ਬਾਰਡਰ ਤੇ। ਲੇਕਿਨ ਬੈਂਸ ਸਾਹਿਬ 400 ਤੋਂ ਵੱਧ ਨੌਜਵਾਨ ਗਾਇਬ ਨੇ, ਉਹਨਾਂ ਦਾ ਨਾਮਜ਼ਦ ਜਿਹੜਾ ਆ ਉਹ ਨਹੀਂ ਹੋ ਪਾ ਰਿਹਾ, ਕਾਫੀ ਲੋਕ ਪਰੇਸ਼ਾਨ ਨੇ, ਫੈਮਲੀਆਂ ਪਰੇਸ਼ਾਨ ਨੇ। ਟੈਰਰ ਕ੍ਰੀਏਟ ਕੀਤਾ ਜਾ ਰਿਹਾ, ਇਹ ਅਖੀਰਲਾ ਹਥਿਆਰ ਆ ਵੀ ਮੁਕੱਦਮਾ ਦੇ ਦਿਓ। 400 ਬੰਦਿਆਂ ਤੇ ਮੁਕੱਦਮਾ ਹੋ ਗਿਆ। ਜਦੋਂ ਵੀ ਪਿਛੋਕੜ ਪੜ੍ਹ ਕੇ ਦੇਖਿਓ, ਪੰਜਾਬੀਆਂ ਨੇ ਮੋਰਚੇ ਲਾਏ, ਉਹਨਾਂ ਮੋਰਚਿਆਂ 'ਚ ਲੱਖਾਂ ਦੀ ਗਿਣਤੀ 'ਚ ਗ੍ਰਿਫਤਾਰੀਆਂ ਹੋਈਆਂ। ਇਹ ਗੱਲਾਂ ਕੋਈ ਗੱਲ ਨਹੀਂ, ਉਹ ਜਿਹੜੇ ਬੱਚੇ ਅੰਦਰ ਆ ਜਾਂ ਜਿਹੜੇ ਬਜ਼ੁਰਗ ਸਾਡੇ ਭਰਾ ਅੰਦਰ ਆ, ਉਹਨਾਂ ਲਈ ਜਥੇਬੰਦੀਆਂ ਪੂਰਾ ਯਤਨ ਕਰ ਰਹੀਆਂ ਕਿ ਉਹਨਾਂ ਨੂੰ ਇਮੀਡੀਏਟਲੀ ਬਾਹਰ ਲਿਆਂਦਾ ਜਾਏ। ਲੇਕਿਨ ਇੱਕ ਪਾਸੇ ਮਾਮਲੇ ਦਰਜ ਕੀਤੇ ਜਾ ਰਹੇ, ਦੂਸਰੇ ਬੰਨੇ ਟੇਬਲ ਟਾਕ ਦੀ ਗੱਲ ਕੀਤੀ ਜਾ ਰਹੀ, ਕਿ ਲੱਗਦਾ ਇੱਕ ਬੰਨੇ ਆਪਾਂ ਖਾਲਿਸਤਾਨੀ ਦੱਸਦੇ ਪਏ ਉਹਨਾਂ ਨੂੰ। ਸਮਝੇ ਨਹੀਂ, ਇਹ ਤਾਂ ਫਿਰ ਉਹਨਾਂ ਨੂੰ ਪੁੱਛੋ ਨਾ ਵੀ ਤੁਸੀਂ ਖਾਲਿਸਤਾਨੀਆਂ ਨਾਲ ਗੱਲ ਕਰਨੀ ਹੈ। ਇਹ ਤਾਂ ਉਹਨਾਂ ਦਾ ਸਵਾਲ ਹੈ, ਮੈਂ ਥੋੜੀ ਦੱਸ ਸਕਦਾ। ਇਹ ਸਿਰਫ ਦੇਸ਼ ਦੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ, ਹਊਆ ਖੜਾ ਕਰਦੇ ਸੀ ਵੀ ਇਹ ਵੱਖਵਾਦੀ ਆ, ਇਹ ਅੱਤਵਾਦੀ ਆ। ਤੇ ਉਹ ਟਕੈਤ ਸਾਹਿਬ ਨੇ ਸਾਰਾ ਕੁਝ ਇੱਕੋ ਵਾਰੀ ਸਕ੍ਰੈਚ ਸਾਫ਼ ਕਰਤਾ ਕਿ ਜੇ ਉਹ ਖਾਲਿਸਤਾਨੀ ਆ ਤਾਂ ਮੈਂ ਵੀ ਖਾਲਿਸਤਾਨੀ ਆ। ਟਕੈਤ ਸਾਹਿਬ ਬੋਲੇ ਆ ਨਾ, ਟਕੈਤ ਸਾਹਿਬ ਨੇ ਇੱਕ ਨਵੀਂ ਰੂਹ ਫੂਕਤੀ। ਇਸ ਕਰਕੇ ਇਹਨਾਂ ਗੱਲਾਂ ਦੀ ਹੁਣ ਬੜੀ ਪਰਵਾਹ ਕਰਨ ਵਾਲੀ ਗੱਲ ਨਹੀਂ ਹੈ। ਲੇਕਿਨ ਜਿਹੜੇ ਉੱਥੇ ਅੰਦੋਲਨ ਦੇ ਵਿੱਚ ਜੋ ਪਹੁੰਚੇ ਸੀਗੇ, ਕੁਝ ਉਹਨਾਂ ਦੀਆਂ ਵੀਡੀਓ ਫੋਟੋਗ੍ਰਾਫ ਜਿਹੜੀਆਂ ਟਰੋਲ ਹੋ ਰਹੀਆਂ, ਜਿਸ 'ਚ ਕਿਹਾ ਜਾ ਰਿਹਾ ਕਿ ਬੀਜੇਪੀ ਦੇ ਕਾਰਜਕਰਤਾ ਸੀਗੇ ਜਿਹੜੇ ਫੋਟੋਆਂ, ਔਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਵੀ ਹੋ ਰਹੀਆਂ ਨੇ। ਛੋਟੇ ਵੀਰ, ਮੈਂ ਤਾਂ ਤੁਹਾਨੂੰ ਦੱਸਿਆ ਵੀ ਇਹ ਇੱਕ ਛੜਯੰਤਰ ਸੀਗਾ। ਫੜਦੇ ਕਿਉਂ ਨਹੀਂ? FIR ਹੋ ਗਈ ਨਾ 26 ਜਨਵਰੀ ਵਾਲਿਆਂ ਤੇ, ਫੜਦੇ ਕਿਉਂ ਨਹੀਂ? ਮੈਂ ਤੁਹਾਨੂੰ ਪਹਿਲਾਂ ਦੱਸ ਕੇ ਕਿ ਉਹ ਬੀਜੇਪੀ ਨਾਲ ਉਹਨਾਂ ਦਾ ਹੈਂਡ ਗਲਵ ਨੇ, ਭੇਜੇ ਹੋਏ ਉਹਨਾਂ ਦੇ ਆ। ਹੁਣ ਜਿਨ੍ਹਾਂ ਨੂੰ ਉਹਨਾਂ ਨੇ ਭੇਜਿਆ, ਜੇ ਉਹਨਾਂ ਨੂੰ ਫੜਨਗੇ ਉਹ ਬੋਲ ਪੈਣਗੇ ਵੀ ਸਾਨੂੰ ਤਾਂ ਤੁਸੀਂ ਭੇਜਿਆ। ਇਸ ਕਰਕੇ ਜਿਹੜੀਆਂ ਗੱਲਾਂ ਨੇ, ਐਡੇ ਵੱਡੇ ਅੰਦੋਲਨ 'ਚ ਛਿੱਟ-ਪੁੱਟ ਘਟਨਾਵਾਂ ਹੁੰਦੀਆਂ ਰਹਿੰਦੀਆਂ, ਉਹਨਾਂ ਨੂੰ ਬਾਲੀ ਉਹਨਾਂ ਦੀ ਚਿੰਤਾ ਨਹੀਂ ਕਰੀਦੀ। ਲੇਕਿਨ ਕਿਆ ਲੱਗਦਾ ਹੈ ਕਿ ਰਕੇਸ਼ ਟਕੈਤ ਹੋਣਾ ਦੇ ਅਥਰੂ ਜਿਹੜੇ ਆ ਸੰਜੀਵਨੀ ਬਣ ਕੇ ਦੁਬਾਰਾ ਵਾਪਸ ਆਏ? ਕਿਉਂਕਿ ਕੋਈ ਸਮਾਂ ਸੀਗਾ, ਸਾਡਾ ਆਪਣਾ ਵੀ ਮਨ ਡੋਲ ਗਿਆ ਸੀਗਾ ਕਿ ਹੁਣ ਮੋਰਚਾ ਜਿਹੜਾ ਖਤਮ ਹੁੰਦਾ ਨਜ਼ਰ ਆ ਰਿਹਾ ਸੀ। ਨਹੀਂ, ਮੋਰਚਾ ਨਹੀਂ ਖਤਮ ਹੁੰਦਾ। ਟਕੈਤ ਸਾਹਿਬ ਦਾ ਕੋਟ-ਕੋਟ ਧੰਨਵਾਦ, ਸਲਾਮ ਕਰਦਾ ਉਹਨਾਂ ਨੂੰ। ਉਹਨਾਂ ਦਾ ਸਨਮਾਨ ਕਰਨਾ ਸੋਨੇ ਦੀ ਕਹੀ ਨਾਲ, ਉਹਨਾਂ ਨੂੰ ਪਾਰਟੀ ਵੱਲੋਂ ਸੋਨੇ ਦੀ ਕਹੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਭੇਟ ਕਰਾਂਗੇ। ਔਰ ਟਕੈਤ ਸਾਹਿਬ ਅਰਦਾਸ ਕਰਦਾ ਕਿ ਚੜ੍ਹਦੀ ਕਲਾ 'ਚ ਰਹਿਣ। ਬੈਂਸ ਸਾਹਿਬ, ਇਨ ਫਿਊਚਰ ਪਹਿਲੋਂ ਵੀ ਤੁਸੀਂ ਜਿਹੜਾ ਸੀਗਾ, ਹਾਂਜੀ, ਮੈਂ ਸਾਈਕਲ ਮਾਰਚ ਕੀਤਾ ਸੀਗਾ ਚੰਡੀਗੜ੍ਹ, ਬੜਾ ਟਾਈਮ ਸੀਗਾ ਜੀ ਉਦੋਂ ਵੀ, ਹੁਣ ਵੀ ਬਹੁਤ ਟਾਈਮ ਹੈ, ਹਰਿਮੰਦਰ ਸਾਹਿਬ ਜਾਣਾ ਹੈ, ਕੋਈ ਗੱਲ ਨਹੀਂ ਜੀ। ਤੇ ਹਾਂਜੀ, ਤੇ ਉਦੋਂ ਤੁਹਾਡੇ ਤੇ ਬੜੇ FIR ਵੀ ਦਰਜ ਕੀਤੀਆਂ ਗਈਆਂ ਸੀ, ਕਰੋਨਾ ਵਾਇਰਸ ਦਾ ਹਵਾਲਾ ਦਿੱਤਾ ਗਿਆ ਸੀਗਾ। ਹੁਣ ਕਿਸ ਤਰ੍ਹਾਂ ਵੇਖਦੇ ਹੋ ਕਿ ਸਾਰੇ ਉਦੋਂ ਕਾਨੂੰਨ ਵੀ ਨਹੀਂ ਸੀ ਪਾਸ ਹੋਏ ਉਸ ਸਮੇਂ ਤੇ? ਨਹੀਂ, ਉਹ ਫਿਰ ਉਸ ਤੋਂ ਬਾਅਦ ਸਾਡੇ ਤੇ ਭਾਵੇਂ FIR ਸਾਡੇ ਤੇ ਵੀ ਹੋਈਆਂ ਸੀ ਨਾ, ਤੁਹਾਨੂੰ ਪਤਾ ਹੈ, ਜਿੰਨੇ ਸ਼ਹਿਰਾਂ 'ਚੋਂ ਲੰਘੇ ਹਰ ਜਗ੍ਹਾ FIR। ਤੇ ਜੇ ਹੁਣ ਸਾਡੇ ਭਰਾਵਾਂ ਤੇ ਹੋ ਗਈਆਂ, ਮੈਂ ਉਹਨਾਂ ਨੂੰ ਕਹਿੰਦਾ ਵੀ ਸਾਡੇ ਤੇ ਤਾਂ ਇੱਕ ਸਾਈਕਲ ਮਾਰਚ 'ਚ 7 FIR ਹੋਈਆਂ, ਵੀ ਉੱਥੇ ਤਾਂ ਇੱਕ ਹੋਈ ਹੈ, ਕੋਈ ਚਿੰਤਾ ਵਾਲੀ ਗੱਲ ਨਹੀਂ। ਤਾਂ ਹੀ ਕਿਹਾ ਵੀ ਛੁੱਟ-ਪੁੱਟ ਘਟਨਾਵਾਂ ਨੇ, ਇਹਨਾਂ ਨੂੰ ਬੜੀ ਅਹਿਮੀਅਤ ਦੇਣ ਦੀ ਲੋੜ ਨਹੀਂ, ਇਹ ਸਭ ਬਾਹਰ ਆ ਜਾਣੇ ਨਾਲ ਦੀ ਨਾਲ ਹੀ ਜਦੋਂ ਸਮਝੌਤਾ ਹੈ। ਮੋਦੀ ਗਵਰਨਮੈਂਟ ਨੂੰ ਕਿਸ ਤਰ੍ਹਾਂ ਵੇਖਦੇ ਹੋ? ਲੱਗਦਾ ਨਹੀਂ ਤਾਨਾਸ਼ਾਹੀ ਜਿਹੜੀ ਗੇਮ ਹੋ ਰਹੀ ਸਾਰੀ? ਨਹੀਂ, ਮੋਦੀ ਗਵਰਨਮੈਂਟ 'ਚ ਕੁਝ ਬੇਸਮਝ ਲੋਕ ਆ ਗਏ। ਉਹਨਾਂ ਨੇ, ਉਹ ਪੰਜਾਬੀ ਦੀ ਕਹਾਵਤ ਆ, ਕਹਿੰਦਾ ਪ੍ਰਭਾਵ ਤਾਂ ਡੁੱਬੇ ਸੀ, ਨਾਲ ਜਜਮਾਨ ਵੀ ਡੁੱਬੇ। ਉਹਨਾਂ ਨੇ ਆਪ ਤਾਂ ਡੁੱਬਣਾ ਹੀ ਆ, ਨਾਲ ਦੀ ਨਾਲ ਪ੍ਰਧਾਨ ਮੰਤਰੀ ਵੀ ਡੋਬ ਲੈਣਾ। ਹੁਣ ਤੁਹਾਡੇ ਵੱਲੋਂ ਜਿਹੜਾ ਹਰਿਮੰਦਰ ਸਾਹਿਬ ਜਿਹੜਾ ਆ ਉਹ ਰਵਾਨਗੀ ਜਿਹੜੀ ਆ ਉਹ ਲਿੱਤੀ ਜਾ ਰਹੀ ਆ, ਹੁਣ ਉਸ ਤੋਂ ਬਾਅਦ ਕੀ ਫਿਊਚਰ ਪਲਾਨ ਕੀ ਆ ਜੀ? ਕਿਆ ਲੱਗਦਾ ਦਿੱਲੀ ਜਾਇਆ ਜਾਏਗਾ ਹੁਣ? ਪਲੈਨਿੰਗ ਸਵੇਰੇ ਦਿੱਲੀ ਜਾਣਾ। ਸਿਮਰਜੀਤ ਸਿੰਘ ਬੈਂਸ, ਕੱਲ ਮੇਰੀ ਮਾਤਾ, ਮੇਰੀ ਬੇਟੀ, ਮੇਰੀ ਵਾਈਫ ਜਥਾ ਲੈ ਕੇ ਗਏ ਸੀ। ਪਰਸੋਂ ਮੈਂ ਗਿਆ ਸੀ, ਪਰਸੋਂ ਤੋਂ ਇੱਕ ਦਿਨ ਪਹਿਲਾਂ ਮੈਂ ਗਿਆ ਸੀ। ਫਿਰ ਮੇਰੇ ਬੱਚੇ ਜਥਾ ਲੈ ਕੇ ਗਏ। ਕੱਲ ਮੇਰੀ ਮਾਂ, ਮੇਰੀ ਵਾਈਫ, ਮੇਰੀ ਬੇਟੀ ਉਹ ਜਥਾ ਲੈ ਕੇ ਗਏ ਸੀ। ਤੇ ਕੱਲ ਨੂੰ ਸਿਮਰਜੀਤ ਸਿੰਘ ਦੀ ਵਾਈਫ, ਮੇਰੀ ਭੈਣ ਸਿਮਰਜੀਤ ਸਿੰਘ ਦੀ ਬੇਟੀ, ਤੇ ਮੇਰੇ ਹੋਰ ਜਿਹੜੇ ਰਿਸ਼ਤੇਦਾਰ ਕਰੀਬੀ, ਉਹ ਲੇਡੀਜ਼ ਤੇ ਸਿਮਰਜੀਤ ਸਿੰਘ ਆਪ ਇੱਥੋਂ ਇੱਕ ਜਥੇ ਦੀ ਅਗਵਾਈ ਕਰਨਗੇ, ਦਿੱਲੀ ਜਾਵਾਂਗੇ। ਤੁਹਾਡੇ ਮੁਤਾਬਕ ਤਿਰੰਗੇ ਦਾ ਅਪਮਾਨ ਹੋਇਆ ਸੀ ਕਿ ਨਹੀਂ ਹੋਇਆ ਸੀ? ਵੀਰ ਜੀ, ਮੈਂ ਇੱਕ ਬੇਨਤੀ ਕਰਾਂ, ਅਸਲ 'ਚ ਜਿਹੜਾ ਹੋਣ ਵਾਲਾ ਰੌਲਾ ਨਾ, ਇਹ ਪਤਾ ਨਹੀਂ ਕਿਉਂ ਤੁਸੀਂ ਲੜਾਈ 'ਚ ਹਿੱਸੇਦਾਰ ਨਹੀਂ ਹੈਗੇ। ਤੁਸੀਂ ਹੈਗੇ ਕਿ ਨਹੀਂ? ਤੁਸੀਂ ਹੈ ਨਹੀਂ, ਹਿੱਸੇਦਾਰ ਨਹੀਂ ਹੈਗੇ। ਇਸ ਕਰਕੇ ਉਸ ਗੱਲ ਨੂੰ ਤੂਲ ਦਿੰਦੇ ਹੋ ਜਿਹਦਾ ਨਾਲ TRP ਤੱਕ ਨਾ ਰਹੋ ਯਾਰ। ਹੁਣ ਰੌਲਾ TRP ਦਾ ਨਹੀਂ ਹੈ, ਕਿਉਂਕਿ ਅਸੀਂ ਵੀ, ਸਾਨੂੰ ਵੀ ਪਤਾ ਤਿਰੰਗੇ ਤੋਂ ਪਹਿਲਾਂ ਉੱਥੇ ਨਿਸ਼ਾਨ ਸਾਹਿਬ ਕੇਸਰੀ ਹੀ ਝੂਲਦਾ ਸੀਗਾ ਜਦੋਂ ਲਾਲ ਕਿਲੇ ਤੇ, ਉਸੇ ਕਰਕੇ ਪੁੱਛਿਆ। ਤੇ ਕਦੀ ਮੁਸਲਮਾਨਾਂ ਦਾ ਝੰਡਾ ਵੀ ਝੂਲਦਾ ਸੀਗਾ। ਇਹ ਜਿਹੜੀਆਂ ਗੱਲਾਂ ਨੇ, ਮੈਂ ਤਾਂ ਹੀ ਕਹਿਣਾ ਕਿ ਜਿਹਦਾ ਰਾਜ ਉਹਦਾ ਤੇਜ। ਕੋਈ ਗੱਲ ਨਹੀਂ, ਇਹ ਛੁੱਟ-ਪੁੱਟ ਘਟਨਾਵਾਂ ਨੇ। ਦੇਸ਼ ਨੂੰ ਚਲਾਉਣ ਲਈ ਇੰਨੀ ਕੁ ਘਟਨਾ ਨੂੰ ਲੈ ਕੇ ਦੇਸ਼ ਨੂੰ ਟੁਕੜੇ ਕਰਨ ਵਾਲੇ ਪਾਸੇ ਨਹੀਂ ਲੈ ਕੇ ਜਾਣਾ। ਜਲਾਲਾਬਾਦ ਜਿਹੜਾ ਆ ਅਕਾਲੀ ਦਲ ਦਾ ਫਿਰ ਵਿਰੋਧ ਹੋਇਆ ਜੀ ਇੱਕ ਵਾਰ। ਵੀਰ ਜੀ, ਮੈਂ ਫਿਰ ਬੇਨਤੀ ਕਰਾਂ, ਇਹ ਵਿਰੋਧ, ਜੇ ਤੁਸੀਂ ਇੱਕ ਪਾਸੇ ਕਿਸਾਨ ਧਰਨੇ ਤੇ ਬੈਠੇ, ਤੁਸੀਂ ਕਾਗਜ਼ ਭਰਨ ਚੱਲੇ ਹੋ, ਕਹਿੰਦੇ ਹੋ ਕਿਸਾਨ ਹਮੈਤੀ ਹੈ, ਫਿਰ ਤਾਂ ਬਿੱਲੀ ਥੈਲੇ 'ਚੋਂ ਬਾਹਰ ਆ ਗਈ। ਇਸ ਕਰਕੇ ਜਿਹੜੇ ਕਿਸਾਨ ਹਮੈਤੀ ਸੀ, ਉਹਨਾਂ ਨੇ ਵਿਰੋਧ ਕੀਤਾ ਹੋਊਗਾ। ਕੱਲ ਮੁੱਖ ਮੰਤਰੀ ਵੀ ਕਹਿ ਰਹੇ ਸੀਗੇ ਕਿ ਗ੍ਰਹਿ ਮੰਤਰੀ ਨੂੰ ਮਿਲਿਆ ਜਾਏਗਾ ਤਾਂ ਜੋ ਕਿ ਜਿਹੜੇ ਨੌਜਵਾਨਾਂ ਦੇ ਪਰਚੇ ਹੋਏ। ਅੱਜ ਆਲ ਪਾਰਟੀ ਮੀਟਿੰਗ ਹੋ ਰਹੀ ਹੈ।
ਤੇ ਉਹਦੇ 'ਚ ਇਹ ਹੈਗਾ ਕਿ ਜਿਹੜੇ ਰਾਜਨੀਤਿਕ ਲੋਕ ਆ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ ਤੇ ਕਿਸਾਨ ਅੰਦੋਲਨ ਦੀ ਹਮਾਇਤ ਲਈ ਖੁੱਲੇ ਡੁੱਲੇ ਆ ਜਾਣ ਬਾਹਰ। ਕਿਸਾਨ ਅੰਦੋਲਨ ਲਈ ਜਿਹੜਾ ਆ ਉਹ ਕੀਤਾ ਜਾਏਗਾ। ਲੇਕਿਨ ਜਗਜੋਤ ਸਿੰਘ ਖਾਲਸਾ ਵੀ ਸਾਡੇ ਨਾਲ ਮੌਜੂਦ ਨੇ। ਖਾਲਸਾ ਜੀ, ਲਗਾਤਾਰ ਹੀ ਕੋਸ਼ਿਸ਼ ਵੀ ਇਹੀ ਸੀਗੀ ਤਾਰ ਪੀਟੋ ਕਰਨ ਦੀ, ਲੇਕਿਨ ਹੁਣ ਕਿਸ ਤਰ੍ਹਾਂ ਦੇਖਦੇ ਹੋ ਅੰਦੋਲਨ ਨੂੰ? ਦੇਖੋ, ਇਹ ਜਿਹੜੀ ਅਸੀਂ ਯਾਤਰਾ ਜਿਹੜਾ ਇੱਕ 26 ਤਰੀਕ ਨੂੰ ਮੱਧਮ ਪੈਰਾ ਪੈਣ ਜਾ ਰਿਹਾ ਸੀ, ਇਹ ਉਹਨੂੰ ਦਿੱਲੀ ਚਲੋ ਮੋਰਚਾ ਵੱਲੋਂ ਯਾਤਰਾ ਸ਼ੁਰੂ ਕੀਤੀ ਆ। ਸੋ ਅੱਜ ਅਸੀਂ ਅੰਮ੍ਰਿਤਸਰ ਪਹੁੰਚ ਚੱਲੇ ਆ ਔਰ ਕੱਲ ਨੂੰ ਇੱਥੋਂ ਇੱਕ ਵੱਡਾ ਕਾਫਲਾ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਚੱਲੂਗਾ ਦਿੱਲੀ ਨੂੰ। ਜਿਹੜੀ ਉਹ ਮੀਡੀਆ ਵੱਲੋਂ ਜਾਂ ਸਰਕਾਰ ਦੀ ਜਿਹੜੀ ਸਾਜ਼ਿਸ਼ ਸੀ ਉਹ ਕਿ ਇਸ ਅੰਦੋਲਨ ਨੂੰ ਤਾੜਪੀੜੋ ਕੀਤਾ ਜਾਵੇ, ਉਹ ਧਾਰਨਾ ਨੂੰ ਤੋੜਦੇ ਹੋਏ ਅੱਜ ਅਸੀਂ ਇਹ ਯਾਤਰਾ ਸਫਲ ਕੀਤੀ ਆ। ਸੋ ਬਹੁਤ ਵਧੀਆ ਰਿਸਪੌਂਸ, ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਦਿੱਲੀ ਵੱਲ ਨੂੰ ਚਾਲੇ ਪਾ ਚੁੱਕੇ ਨੇ। ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਨਾਲ ਤੁਹਾਡੇ ਸਾਈਕਲ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ। ਕਿਆ ਲੱਗਦਾ ਕਿ ਨੌਜਵਾਨਾਂ ਨੂੰ ਦੁਬਾਰਾ ਤੋਂ ਮੁਰਜੀਵਤ ਕੀਤਾ ਜਾ ਰਿਹਾ ਹੈ? ਬਿਲਕੁਲ ਬਿਲਕੁਲ। ਇਸ ਟਾਈਮ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਵਾਰੀ ਘਾਇਲ ਬੰਦਾ ਜਦੋਂ ਜ਼ਖਮੀ ਸ਼ੇਰ ਜ਼ਿਆਦਾ ਖਤਰਨਾਕ ਹੁੰਦਾ, ਸੋ ਇਸ ਵਾਰੀ ਇਹ ਇੱਕ ਵਾਰੀ ਡਿੱਗ ਕੇ ਪੰਜਾਬ ਜਾਂ ਅੰਦੋਲਨ ਉੱਠ ਪਿਆ। ਹੁਣ ਬੱਚਾ ਨੌਜਵਾਨ ਬਜ਼ੁਰਗ ਹਰ ਇੱਕ ਬੰਦਾ ਜਿਹੜਾ ਦਿੱਲੀ ਕੂਚ ਕਰ ਚੁੱਕਾ। ਪਿੰਡਾਂ ਦੇ ਪਿੰਡ ਜਿਹੜੇ ਹਰਿਆਣਾ ਯੂਪੀ ਜਿਹੜਾ ਪੂਰਾ ਹਿੰਦੁਸਤਾਨ ਹੁਣ ਵੱਡੀ ਪੱਧਰ ਤੇ ਆਊਗਾ ਕਿ ਜਿਸ ਤਰ੍ਹਾਂ ਪੰਜਾਬ ਸੀ ਇਸੇ ਤਰ੍ਹਾਂ ਪੂਰਾ ਹਿੰਦੁਸਤਾਨ ਦਿੱਲੀ ਪਹੁੰਚੂਗਾ। ਦਿੱਲੀ ਪਹੁੰਚਣਗੇ। ਤੁਸੀਂ ਵੇਖ ਸਕਦੇ ਹੋ ਕਿ ਸਾਈਕਲ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਔਰ ਲਗਾਤਾਰ ਹੀ ਕਾਫਲਾ ਜਿਹੜਾ ਆ ਉਹ ਬਹੁਤ ਵੱਡਾ ਆ ਔਰ ਖਾਸ ਤੌਰ ਤੇ ਨਿਸ਼ਾਨ ਸਾਹਿਬ ਦੇ ਨਾਲ ਤਿਰੰਗਾ ਵੀ ਜਿਹੜਾ ਆ ਉਹ ਵੀ ਲਗਾਇਆ ਗਿਆ ਤਾਂ ਜੋ ਕਿ ਇੱਕ ਸਿੰਬੋਲਿਕ ਤਰੀਕੇ ਦੇ ਨਾਲ ਪ੍ਰੋਟੈਸਟ ਜਿਹੜਾ ਆ ਉਹ ਕੀਤਾ ਜਾਵੇ। ਲੇਕਿਨ ਲਗਾਤਾਰ ਹੀ ਕੋਸ਼ਿਸ਼ ਵੀ ਇਹੀ ਸੀਗੀ ਕਿ ਜੋ ਕਿਸਾਨ ਜਿਹੜੇ ਨੇ ਉਹ ਘਰ ਬੈਠੇ ਹੋਏ ਨੇ ਉਹਨਾਂ ਨੂੰ ਜਿਹੜਾ ਆ ਦੁਬਾਰਾ ਤੋਂ ਦਿੱਲੀ ਜਾਣ ਵਾਸਤੇ ਜਿਹੜਾ ਆ ਉਹ ਕਿਹਾ ਜਾਵੇ ਔਰ ਇਸੇ ਕਰਕੇ ਹੀ ਲੋਕ ਇਨਸਾਫ ਪਾਰਟੀ ਵੱਲੋਂ ਵੀ ਇਹ ਜਿਹੜਾ ਸਾਈਕਲ ਮਾਰਚ ਜਿਹੜਾ ਆ ਸ਼ੁਰੂ ਕੀਤਾ ਗਿਆ ਔਰ ਕਹਿਣਾ ਵੀ ਇਹੀ ਹੈ ਕਿ ਹੁਣ ਸਾਰਿਆਂ ਨੂੰ ਦਿੱਲੀ ਜਾ ਕੇ ਹੀ ਜਿਹੜਾ ਆ ਉਹ ਕਿਸਾਨਾਂ ਦਾ ਸਾਥ ਜਿਹੜਾ ਆ ਉਹ ਦੇਣਾ ਚਾਹੀਦਾ। ਲੇਕਿਨ ਕਿਤੇ ਨਾ ਕਿਤੇ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ। ਤੁਸੀਂ ਵੀ ਦੇਖਿਆ ਕਿ ਲੰਮੀ ਗਿਣਤੀ ਦੇ ਵਿੱਚ ਜਾਂ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਸੀਗੇ ਉਹ ਲੋਕ ਇਨਸਾਫ ਪਾਰਟੀ ਦੇ ਜਿਹੜੇ ਵਰਕਰ ਸੀਗੇ ਉਹ ਵੀ ਸ਼ਾਮਿਲ ਸੀਗੇ। ਛੋਟੇ ਛੋਟੇ ਬੱਚੇ ਜਿਹੜੇ ਸੀਗੇ ਉਹ ਵੀ ਸਾਈਕਲ ਚਲਾਉਂਦੇ ਹੋਏ ਨਜ਼ਰ ਆ ਰਹੇ ਸੀਗੇ। ਲੇਕਿਨ ਕਿਤੇ ਨਾ ਕਿਤੇ ਕਿਸਾਨਾਂ ਲਈ ਹਰ ਇੱਕ ਵਰਗ ਜਿਹੜਾ ਆ ਉਹ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ ਔਰ ਕੋਸ਼ਿਸ਼ ਵੀ ਇਹੀ ਹੈ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਔਰ ਜੋ ਵੀ ਪਿੱਛੇ ਪ੍ਰੋਪੋਗੈਂਡਾ ਬਣਾਇਆ ਗਿਆ ਸੀਗਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ। ਕੈਮਰਾਮੈਨ ਸਾਹਿਬਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।